ਜੇ ਮੈਂ ਕਿਸੇ ਗਿਣਤੀ 'ਚ ਆ, ਇੱਕ ਤਾਂ ਮੈਨੂੰ ਵੀ ਮਾਰਿਓ ਕੁੱਟਿਓ ਨਾ, ਸ਼ਤਰੌੜ ਨਾ ਫੇਰਿਓ, ਗਾਲਾਂ ਨਾ ਕੱਢਿਓ। ਮੇਰੇ ਬੱਚੇ ਇੱਥੇ ਰਹਿੰਦੇ ਤਾਂ ਕੋਈ ਨੁਕਸਾਨ ਨਾ ਹੋਵੇ। ਇਹ ਉੱਲੂ ਦਾ ਪੱਠਾ ਕੋਈ ਵੈਸੇ ਹੀ ਵਾਜਵੇ ਪਾਕਿਸਤਾਨੋਂ ਇੱਧਰੋਂ ਉੱਧਰੋਂ ਘਰ ਨੂੰ ਅੱਗ ਲਾ ਦੇ ਤੇ ਫਿਰ ਮੈਂ ਕਿਹਦੀ ਮਾਂ ਨੂੰ ਮਾਰ। ਮੈਂ ਤਾਂ ਇਸ ਕਰਕੇ ਆਇਆ ਕਿ ਕਹਿੰਦਾ ਉੱਥੇ ਵੜ ਨਹੀਂ ਸਕਦਾ। ਮੈਂ ਕਿਹਾ ਜਾਂਦੇ ਆ, ਕਿਸਾਨ ਤਾਂ ਮੇਰੇ ਲਈ ਮਰ ਜਾਣ। ਕਿਸਾਨਾਂ ਦਾ ਪ੍ਰੋਟੈਸਟ ਜਾਇਜ਼ ਹੈ। ਕਲਾਕਾਰਾਂ ਨੇ ਜੁਆਇਨ ਕੀਤਾ, ਬਹੁਤ ਸ਼ਾਬਾਸ਼ ਉਹਨਾਂ ਦੇ। ਲੇਕਿਨ ਸਿਆਸਤਦਾਨ ਜਿਹੜੇ ਉਹ ਇਹ ਨਾ ਸੋਚਣ ਕਿ ਹੁਣ ਫਟਾਫਟ ਤਾਜ ਸਾਨੂੰ ਮਿਲ ਜਾएगा 2022। ये इतना सौखा काम नहीं। जो पंजाब लोग, ये जो पब्लिक है, ये सब जानती है। ये सियासत ना करो। अगर सच्चे हो चलो मेरे नाल, मैं टाइम लैके देना, मैं जिम्मेवारी ना कह रहा। बेटी किसी की भी हो, वो मेरी बेटी है। बहन किसी की भी हो, उसको उसके साथ इतना जुल्म तशद्दुद हुआ। हमारे साहब जी तो कहते हैं बेटी बचाओ बेटी पढ़ाओ, लेकिन ये कौन लोग इस पार्टी को, बीजेपी को और मेरे साहब को बदनाम कर रहे हैं। जल्दी से जल्दी उसको नंगा किया जाए। कानून इससे क्या इनकाउंटर किए थे ना बच्चे, वो प्रियंका को ऐसे ही होना है। कानून को छोड़ो, इसके कानून तो बनना ही चाहिए एकदम। उनको जैसे बाहर के मुल्कों में उसी वक्त मौत की सजा होनी चाहिए, उसी वक्त जब प्रूव हो जाए कि जेन्युइनली इन्होंने ये गुनाह किया है। ਪੰਜਾਬ ਭਰ ਦੇ ਵਿੱਚ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਕਿਸਾਨ ਬੀਜੇਪੀ ਵਰਕਰਾਂ ਦੇ ਘਰਾਂ ਦਾ ਘਿਰਾਵ ਕਰਨਾ ਵੀ ਸ਼ੁਰੂ ਕਰ ਰਹੇ ਨੇ। ਉੱਥੇ ਕਿਸਾਨਾਂ ਦੇ ਵੱਲੋਂ ਹੰਸਰਾਜ ਹੰਸ ਦੇ ਘਰ ਦਾ ਘਿਰਾਵ ਕਰਨ ਦਾ ਐਲਾਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੰਸਰਾਜ ਹੰਸ ਆਪਣੇ ਘਰ ਪਹੁੰਚੇ ਅਤੇ ਉਹਨਾਂ ਕਿਹਾ ਕਿ ਕਿਸਾਨ ਬੇਸ਼ੱਕ ਮੇਰੇ ਘਰ ਦਾ ਘਿਰਾਵ ਕਰ ਲੈਣ ਪਰ ਮੈਨੂੰ ਮਾਰਨ ਮੁਰਨ ਨਾ। ਇਸ ਦੇ ਨਾਲ ਹੀ ਹੰਸਰਾਜ ਹੰਸ ਨੇ ਹੋਰ ਕਿਸਾਨਾਂ ਨੂੰ ਕੀ ਅਪੀਲ ਕੀਤੀ ਹੈ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਉਹ ਵੱਡੇ ਬੰਦੇ ਆ, ਵੱਡੀਆਂ ਗੱਲਾਂ ਨੇ। ਕਦੋਂ ਗਠਬੰਧਨ ਤੋੜਦੇ ਆ ਤੇ ਕਦੋਂ ਫੇਰ ਪੜਾ ਲੈਂਦੇ, ਇਹ ਉਹਨਾਂ ਦੀਆਂ ਗੱਲਾਂ ਨੇ। ਮੈਂ ਅੱਜ ਸਿਆਸਤ ਕਰਨ ਨਹੀਂ ਆਇਆ। ਮੈਂ ਅੱਜ ਇਹ ਕਹਿਣ ਆਇਆ ਕਿ ਜੇ ਤੁਹਾਨੂੰ ਲੱਗਦਾ ਕਿ ਹੰਸਰਾਜ ਹੰਸ ਦੇ ਘਰ ਦਾ ਘਿਰਾਓ ਕੀਤਾ ਜਾਵੇ ਤਾਂ ਮਤਲਬ ਮੈਂ ਕਿਸੇ ਗਿਣਤੀ 'ਚ ਆ। ਜੇ ਮੈਂ ਕਿਸੇ ਗਿਣਤੀ 'ਚ ਆ, ਇੱਕ ਤਾਂ ਮੈਨੂੰ ਵੀ ਮਾਰਿਓ ਕੁੱਟਿਓ ਨਾ, ਸ਼ਤਰੌੜ ਨਾ ਫੇਰਿਓ, ਗਾਲਾਂ ਨਾ ਕੱਢਿਓ। ਮੇਰੇ ਬੱਚੇ ਇੱਥੇ ਰਹਿੰਦੇ ਤਾਂ ਕੋਈ ਨੁਕਸਾਨ ਨਾ ਹੋਵੇ। ਇਹ ਉੱਲੂ ਦਾ ਪੱਠਾ ਕੋਈ ਵੈਸੇ ਹੀ ਵਾਜਵੇ ਪਾਕਿਸਤਾਨੋਂ ਇੱਧਰੋਂ ਉੱਧਰੋਂ ਘਰ ਨੂੰ ਅੱਗ ਲਾ ਦੇ ਤੇ ਫਿਰ ਮੈਂ ਕਿਹਦੀ ਮਾਂ ਨੂੰ ਮਾਰ। ਮੈਂ ਤਾਂ ਇਸ ਕਰਕੇ ਆਇਆ ਕਿ ਕਹਿੰਦਾ ਉੱਥੇ ਵੜ ਨਹੀਂ ਸਕਦਾ। ਮੈਂ ਕਿਹਾ ਜਾਂਦੇ ਆ, ਕਿਸਾਨ ਤਾਂ ਮੇਰੇ ਲਈ ਮਰ ਜਾਣ, ਮੈਂ ਕਿਸਾਨਾਂ ਲਈ ਮਰ ਜਾਵਾਂ 100 ਵਾਰੀ। ਹੋ ਰਹੀ ਹੈ ਕਿਉਂਕਿ ਕਿਸਾਨਾਂ ਨੇ ਜਿਹੜੇ ਹੁਣ ਪ੍ਰੋਟੈਸਟ ਕਰ ਰਹੇ ਆ, ਫਲੋਰ ਵੀ ਦੇਖੋ, ਰੇਲ ਗੱਡੀਆਂ ਰੋਕ ਕੇ ਉੱਥੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਹੈਗਾ ਆ। ਉਹਨਾਂ ਨੇ ਕਿਹਾ ਜਿਹੜੇ ਕੇਂਦਰ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਵਾਪਸ ਲਿੱਤੇ। ਕਿਸਾਨਾਂ ਦਾ ਪ੍ਰੋਟੈਸਟ ਜਾਇਜ਼ ਹੈ। ਕਲਾਕਾਰਾਂ ਨੇ ਜੁਆਇਨ ਕੀਤਾ, ਬਹੁਤ ਸ਼ਾਬਾਸ਼ ਉਹਨਾਂ ਦੇ। ਲੇਕਿਨ ਸਿਆਸਤਦਾਨ ਜਿਹੜੇ ਉਹ ਇਹ ਨਾ ਸੋਚਣ ਕਿ ਹੁਣ ਫਟਾਫਟ ਤਾਜ ਸਾਨੂੰ ਮਿਲ ਜਾएगा 2022। ਇਹ ਇੱਡਾ ਸੌਖਾ ਕੰਮ ਨਹੀਂ। ਜੋ पंजाब लोग, ये जो पब्लिक है, ये सब जानती है। ये सियासत ना करो। अगर सच्चे हो चलो मेरे नाल, मैं टाइम लैके देना, मैं जिम्मेवारी ना कह रहा। मैं टाइम लैके देना प्राइम मिनिस्टर साहब तो टेबल ते टॉक करते हैं, दसदे उन्होंने कि सर जी, साहब जी, पंजाब नूं मनफी करके इंडिया को बचदा की है। फौजी साडे, जवान साडे, जय किसान जय जवान दा नारा फिर काहदे सिर ते लावांगे आपां। ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੁਣ ਇਹ ਗੱਠਜੋੜ ਤੋੜਿਆ, ਉਹਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਡਰਾਮਾ ਕਹਿ ਰਹੇ। ਪਰਸਨਲੀ ਵੀ ਤੁਹਾਡਾ ਕੀ? ਉਹ ਗੱਲਾਂ ਮੈਨੂੰ ਆਉਂਦੀਆਂ ਨਹੀਂ। ਫੇਰ ਲੋਕੀ ਕਹਿਣਗੇ ਸਿਆਸਤ ਤੈਨੂੰ ਆਉਂਦੀ ਨਹੀਂ। ਮੈਂ ਸਿਆਸਤ ਦੀ ਗ੍ਰਾਮਰ ਜੇ ਗਾਣਾ ਸਿੱਖ ਸਕਦਾ, ਮੈਂ ਸਿਆਸਤ ਵੀ ਸਿੱਖ ਸਕਦਾ। ਮੈਂ ਨਹੀਂ ਜੋ ਸਿੱਖਣੀ ਸਿਆਸਤ। ਮੇਰਾ, ਮੈਂ ਪਾਰਲੀਮੈਂਟ 'ਚ ਵੀ ਆਪਣੇ ਹਿਸਾਬ ਨਾਲ ਹੀ ਬੋਲਦਾ, ਪਬਲਿਕ 'ਚ ਵੀ। ਆਹ ਜਿਹੜੀਆਂ ਗੱਲਾਂ ਕਰਕੇ ਆਏ, ਮੈਂ ਬੀਜੇਪੀ ਦੇ ਆਫਿਸ ਪਾਰਟੀ 'ਚ ਕਰਕੇ ਆਇਆ, ਆਪਣੀ ਪਾਰਟੀ 'ਚ। ਇਹ ਸਾਰੇ ਹੁਣ ਫਾਰਵਰਡ ਕਰਵਾ ਲਿਓ, ਦੇਖ ਲਿਓ। ਇਹ ਨਹੀਂ ਕਿ ਮੈਂ ਉੱਥੇ ਦਿੱਲੀ ਹੋਰ ਬੋਲੂੰਗਾ, ਅੰਬਾਲੇ ਹੋਰ ਬੋਲੂੰਗਾ, ਇੱਥੇ ਆ ਕੇ ਹੋਰ ਬੋਲੂੰਗਾ। ਲਾਹਨਤ ਹੈ ਮੇਰੇ ਸੂਫੀ ਹੋਣ ਦੇ, ਆਰਟਿਸਟ ਹੋਣ ਦੇ। ਮੈਨੂੰ ਸਿਆਸਤ ਦਾ ਕੀ ਪਤਾ। ਮੇਰੀ ਕਿਸਮਤ 'ਚ ਸੀਗਾ। ਇੱਕ ਦੋ ਵਾਰੀ ਇਹਨਾਂ ਨੇ ਹਰਾਤਾ ਸੀਗਾ। ਮੈਂ ਕਿਹਾ ਤੁਹਾਨੂੰ ਜਿੱਤ ਕੇ ਵੀ ਦਿਖਾਵਾਂਗੇ। ਇਹਨਾਂ ਨੇ ਹਰਾਇਆ ਤਾਂ ਟਰੈਪ ਕਰਕੇ ਸੀ, ਤੇ ਜਿਨ੍ਹਾਂ ਨੇ ਹਰਾਇਆ ਸੀ ਉਹਨਾਂ ਦੀ ਹਾਲਤ ਦੇਖ ਲਓ ਕਿ ਫਕੀਰ ਨਾਲ ਪੰਗਾ ਲਓਗੇ, ਇਹੀ ਹਾਲਤ ਹੋਊ। ਡਿਪਰੈਸ਼ਨ 'ਚ ਹੀ ਆ ਸਾਰੇ ਜਿਨ੍ਹਾਂ ਨੇ ਮੈਨੂੰ ਹਰਾਇਆ ਸੀ। ਕਿਹਾ ਜਾ ਰਿਹਾ ਹੈ ਜਿਹੜਾ ਇਹ ਗਠਬੰਧਨ ਤੋੜਿਆ ਗਿਆ, ਇੱਕ ਕਾਂਗਰਸ ਪਾਰਟੀ ਦਾ ਇਹ ਕਹਿਣਾ ਹੈਗਾ ਕਿ ਇਸ ਲਈ ਤੋੜਿਆ ਜਿਹੜਾ ਕਿਸਾਨਾਂ ਦੀ ਸਹਾਨੁਭੂਤੀ ਜਿਹੜੀ ਅਕਾਲੀਆਂ ਨੂੰ ਨਹੀਂ ਮਿਲ ਰਹੀ ਸੀ ਉਹਦਾ ਕਰਕੇ। ਇਹ ਕਾਂਗਰਸ ਜਾਣੇ, ਅਕਾਲੀ ਜਾਣਨ, ਦੂਸਰੇ ਜਾਣਨ, ਮੈਨੂੰ ਇੰਨਾ ਪਤਾ ਹੈ ਕਿ ਜਿੱਦਣ ਸਿਆਸਤ ਮਨਫੀ ਕਰਕੇ ਇਨਸਾਨੀਅਤ ਆ ਗਈ। ਇੱਕ ਬੰਦੇ ਦਾ 20,000 ਕਿੱਲਾ ਆ, ਇੱਕ ਬੰਦੇ ਦੇ 2 ਹੀ ਕਿੱਲੇ ਆ। ਕਹਿੰਦੇ ਜੱਟ ਲੱਗ ਕੇ ਸੀਰੀ ਦੇ ਗਲ ਰੋਵੇ ਤੇ ਖੇਤ ਮਜ਼ਦੂਰ ਨੂੰ ਤਾਂ ਜ਼ਹਿਰ ਵੀ ਨਹੀਂ ਮਿਲਦੀ ਖਾਣ ਲਈ। ਖੇਤ ਮਜ਼ਦੂਰ ਜਿੰਦਾਬਾਦ ਕਰਦੇ। ਮਜ਼ਦੂਰ ਦੀ ਵੀ ਗੱਲ ਕਰੋ, ਕਿਸਾਨ ਦੀ ਵੀ ਗੱਲ ਕਰੋ, ਮਰਿੰਡਾ ਹੀ ਦੇ ਦਿਆ ਕਰੋ। ਇੰਨਾ 20,000 ਖੇਤ ਵਾਲਾ ਮਜਬੀਆਂ ਨੂੰ ਦੇ ਦੇਵੇ, ਫਿਰ 2-2 4-4 5-5 ਕਿੱਲੇ ਦੇ ਦੇਵੇ ਗਰੀਬਾਂ ਨੂੰ। ਦੂਸਰੇ ਗਰੀਬ ਕਿਸਾਨ ਆ, ਗਰੀਬ ਜੱਟ ਹੈ, ਸਾਡੇ ਪਿੰਡ ਆ 2-2 3 ਖੇਤੇ।
ਇਹ ਦੇ ਦੇਣ ਜਿਹਨਾਂ ਕੋਲ 500 ਏਕੜ ਆ, ਚਲੋ ਵੀ ਗਰੀਬ ਜੱਟ ਦੇ ਦਿਓ। ਜਿੱਥੇ ਤੱਕ ਸਰਕਾਰ ਦਾ ਤਾਲੁਕ ਹੈ, ਸਰਕਾਰ ਨਾਲ ਆਪਾਂ ਗੱਲ ਕਰਦੇ ਹਾਂ। ਮੈਂ ਜਿੰਨੀ ਦੇਰ MP ਹਾਂ, ਮੈਂ ਆਪਣੀ ਪੰਜਾਬੀਅਤ ਦੇ ਤੌਰ ਤੇ ਬੇਸ਼ੱਕ ਜਿੱਦਾਂ ਮਰਜ਼ੀ ਮੇਰੇ ਨਾਲ ਇਹਨਾਂ ਨੇ ਕੀਤਾ, ਮੈਂ ਆਪਣਾ ਜ਼ਿੰਮੇਵਾਰੀ ਨਾਲ ਮੈਂ ਲੈ ਕੇ ਜਾਣਾ। ਪ੍ਰਾਈਮ ਮਿਨਿਸਟਰ ਸਾਹਿਬ ਤੋਂ ਵੱਡੀ ਗੱਲ ਨਹੀਂ, ਉੱਥੇ ਚੱਲਦੇ ਹਾਂ ਆਪਾਂ, ਟੇਬਲ ਟਾਕ ਕਰੋ, ਉੱਥੇ ਖੁੱਲ੍ਹ ਕੇ ਬੋਲੋ। ਆ ਟੈਕਨੀਕਲ ਗੱਲਾਂ ਤਾਂ ਮੈਨੂੰ ਆਉਂਦੀਆਂ ਨੇ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਥਰਸ ਵਿੱਚ ਜਿੱਥੇ ਇੱਕ ਦਲਿਤ ਲੜਕੀ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਇਸ ਮਾਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸਾ ਉਬਲ ਰਿਹਾ ਹੈ ਅਤੇ ਲੋਕ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਦਰਸ਼ਨ ਕਰ ਰਹੇ ਨੇ ਤੇ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਤਾਂ ਉੱਥੇ ਹੀ ਹੰਸਰਾਜ ਹੰਸ ਨੇ ਕਿਹਾ ਕਿ ਪਹਿਲਾਂ ਤਾਂ ਦਲਿਤ ਸ਼ਬਦ ਦੀ ਵਰਤੋਂ ਕਰਨਾ ਬੰਦ ਕਰ ਦਿਓ ਤੇ ਨਾਲ ਹੀ ਧੀ ਸਭ ਦੀ ਸਾਂਝੀ ਹੁੰਦੀ ਹੈ, ਇਸ ਦੇ ਲਈ ਧੀਆਂ ਦੇ ਲਈ ਅਸੀਂ ਹਮੇਸ਼ਾ ਖੜੇ ਹਾਂ। वो जो हाथरस में हुआ है, मैं ही बोला हूँ बहुत लाउड तरीके से। मैंने पहले फ़ोन किया योगी साहब को, ऑनरेबल CM UP को, फिर मैंने लेटर लिखा, फिर मैंने सारा सोशल मीडिया पे डाला है कि बेटी किसी की भी हो वो मेरी बेटी है, बहन किसी की भी हो, उसको उसके साथ इतना जुल्म तशद्दुद हुआ। हमारे साहब जी तो कहते हैं बेटी बचाओ बेटी पढ़ाओ, लेकिन ये कौन लोग इस पार्टी को, BJP को और मेरे साहब को बदनाम कर रहे हैं। जल्दी से जल्दी उसको नंगा किया जाए। ये सियासतें हो रही हैं, ये सियासत है, इसमें सियासत है। उस बेटी को इंसाफ जितनी देर मिलेगा नहीं, मैं नहीं टिकांगा। इतने पंजाब च जिहड़ी गल करदा वो भी उत्थे ही करदा। जी, इसके बाद जैसे आपने भी बात उठाई है और भी भाजपा के जो सांसद हैं इसी मुद्दे को लेके बात कर रहे हैं कि ये कैसे हुआ है, इस पे आपका वो उन्होंने फास्ट ट्रैक बना दिया एकदम। जैसे निर्भया को दूसरी बेटी और डॉक्टर को मिला, प्रियंका नाम था शायद, उसको इंसाफ मिला, ऐसे ही उसको मिलेगा। योगी साहब ने फास्ट ट्रैक बना दिया है, इसीलिए बनाया है। अगर ना इंसाफ मिलेगा, भाजपा सबसे पहले इस मुद्दे को उठाएगी। उसके बाद जो बात हुई है, अभी उत्तर प्रदेश वाला मामला ठंडा नहीं हुआ, राजस्थान में भी एक ऐसा मामला सामने आया, उसके बारे में। हाँ, यहाँ देखो आप सियासत उत्तर प्रदेश में, क्योंकि BJP की गवर्नमेंट है तो कारें एकदम स्टार्ट हो गई। वो भी हमारी बेटी है, मेरी तो बहुत सत्कारयोग बेटी है, छोटी बहन है प्रियंका, राहुल साहब है, वो एकदम कारें स्टार्ट करके हाथरस तो पहुंच गया। राजस्थान किन्ने जाना, जवाहरलाल ने, उत्थे भी जाओ, राजस्थान भी जाओ, मध्य प्रदेश। बेटी चाहे राजस्थान की है, पंजाब की है, UP की है, हर जगह बेटी की बात करो, इज्जत की बात करो, गैरत की। ये तो सियासत करते हैं। सियासत छोड़ो लोग को, फिर ये भारत बनेगा मेरा, जो जिसको कहते थे सारे जहां से अच्छा हिंदुस्तान हमारा। सर, क्या लगता है कि अभी भारत में दलित सेफ है? जिस तरह से ये ऐसा हो रहा है, ये भी दलित लड़की थी। ये कहना ही नहीं चाहिए, बेटी कहना चाहिए। दलित शब्द से मुझे नफरत है, सबसे मैं मुंह मत्थे नहीं लगता किदे तो माड़ा मैं, जिद्दां मर्जी आ जाए कोई, खाम खाए दलित बने जाते हैं बिना ही गल तो। ना बाबा साहब अंबेडकर ने कहा सी दलित गाली है, कोई कंपलैक्स नहीं रखना। उत्थे देख लो ਜਦੋਂ ਦੇ ਇਲੈਕਸ਼ਨ ਸ਼ੁਰੂ ਹੋਏ ਹਿੰਦੁਸਤਾਨ ਸਭ ਤੋਂ ਜ਼ਿਆਦਾ ਵੋਟਾਂ ਨਾਲ ਤੁਹਾਡਾ ਭਰਾ ਜਿੱਤਿਆ, ਤੇ ਜੇ ਮੈਂ ਦਲਿਤ ਸ਼ਲਤ ਹੁੰਦਾ ਤਾਂ ਫਿਰ ਸਾਰਿਆਂ ਨੇ ਉਹਨਾਂ ਨੇ ਪਾਇਆ ਵੋਟਾਂ, ਕੱਲੀ ਇੱਕ ਕੌਮ ਨੇ ਥੋੜੀ ਪਾਈ ਹੈ। ਹਿੰਦੂ ਮੇਰੇ ਲਈ, ਸਿੱਖ ਮੇਰੇ ਲਈ, ईसाई मेरे लिए। उन्हें क्या मुसलमान बन गया, मुसलमानों ने भी रज के सारे ने, उन्होंने पता है तो आर्टिस्ट है, सूफी है। सर, क्या लगता नहीं कि आपको इसके लिए सख्त कानून होना चाहिए, क्योंकि यह आवाज उठ रही है सख्त कानून? इससे क्या इनकाउंटर किए थे ना बच्चे और प्रियंका को, ऐसे ही होना है। कानून कनान को छोड़ो, इसको कानून तो बनना ही चाहिए एकदम। उनको जैसे बाहर किले मुल्कों में उसी वक्त मौत की सजा होनी चाहिए, उसी वक्त जब प्रूव हो जाए कि जेन्युइनली इन्होंने ये गुनाह किया है, प्रूव हो जाए। सर, किहड़ा संस्कार रात को पुलिस वालों किया गया है? देर रात किहड़ा? हाँ, वो 2:30 बजे ना दिल्ली से ले जाके डेड बॉडी फटाफट कर दिया कि हालात ख़राब ना हो। वो भी मैंने लिखा है कि 2:30 बजे रात को किसका संस्कार होता है। ये तो मैं तो फ़कीर हूँ, मैं तो बोलूँगा, फ़कीर हूँ मैं बोलूँगा। मेरा साहब कहता है बेटी बचाओ बेटी पढ़ाओ, बेटियों के लिए मैं नहीं बोलूँगा तो इसका मतलब फिर तो चमचगिरी हुई, फिर हम झूठ बोलते हुए, फिर हम डबल स्टैंडर्ड। ऐसा तो कोई बात ही नहीं। साहब खुश होते हैं, साहब खुश होते हैं, लोग जानबूझ के बदनाम करते हैं। सर, कारण की रह गया कि पुलिस को राती करना पड़ गया संस्कार? कारण तो मुझे पता नहीं, मुझे ये पता लगा कि 2:30 बजे यार इतना जुल्म होने के बाद ऐसा हो गया। मैं रोता रहा पहले तो, रोता तो मैं क्या करूं, मेरी क्या हैसियत है, मेरी कोई बात सुनेगा भी या नहीं सुनेगा। ऐसा भी होता ना, A ग्रेड तो मैं लीडर हूँ नहीं, लेकिन मैंने अपने PA को रात को बुलाया, मैं क्या फटाफट लेटर लिखो मेरी ओर से, और सुबह रात दिन चढ़ने से पहले मेरी योगी साहब से बात कराओ। मैंने उनको भी बेनती की कि ऐसा क्यों हो रहा है। अभी देखो सियासत कैसी, उधर चले गए हैं फटाफट,
राजस्थान भी जाओ ना, जाके घेरो वहाँ, वहाँ कांग्रेस का राज है। ये सोचते हैं अगर बीजेपी का राज है तो वहाँ सारी बात उठा दो, जहाँ राजस्थान है वहाँ दबा दो। ये नहीं है, ये नहीं सोचते कि बेटी वहाँ की भी बेटी है, यहाँ की भी बेटी है। आपको लगता है कि इस मामले में पुलिस की कार्यशैली है, उस पर सवाल उठता है, क्योंकि उस लड़की का कहना है कि उससे पहले भी ऐसा करने की कोशिश की थी। जिसकी भी नलायकी है उसको योगी साहब छोड़ेंगे थोड़ी, वो योगी है यार, करेगा कुछ। भगवा बाणा फाया हुआ मुंदरा काना च मुंदरा जोगियां दे ਕੰਨਾਂ ਵਿੱਚ। ਕਿਸਾਨ ਸੰਗਠਨਾਂ ਨੇ ਬੀਤੇ ਦਿਨੀ ਦਿੱਲੀ ਦੇ ਭਾਜਪਾ ਦੇ ਸੰਸਦ ਹੰਸਰਾਜ ਹੰਸਾ ਜਲੰਧਰ ਸਥਿਤ ਘਰ 'ਚ ਅਤੇ ਪੂਰਵ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦਾ ਵੀ ਘਿਰਾਵ ਕੀਤਾ ਸੀ ਤੇ ਹੰਸਰਾਜ ਹੰਸ ਜਲੰਧਰ ਆਪਣੇ ਘਰ 'ਚ ਪ੍ਰਦਰਸ਼ਨ ਹੋਣ ਤੋਂ ਬਾਅਦ ਪਹੁੰਚਦੇ ਨੇ ਅਤੇ ਉਹ ਕਹਿੰਦੇ ਨੇ ਕਿ ਉਹ ਪਹਿਲਾਂ ਇੱਕ ਸੂਫੀ ਗਾਇਕ ਨੇ ਤੇ ਰਾਜਨੀਤਿਕ ਉਸ ਤੋਂ ਬਾਅਦ ਨੇ। ਉਹਨਾਂ ਕਿਹਾ ਕਿ ਮੈਂ ਹਮੇਸ਼ਾ ਹੀ ਪੰਜਾਬ ਦੇ ਹਿੱਤ ਦੀ ਗੱਲ ਕਰਦਾ ਹਾਂ ਤੇ ਵਾਅਦਾ ਕਰਦਾ ਹਾਂ ਕਿ ਕਿਸਾਨ ਜਥੇਬੰਦੀਆਂ ਦੀ ਗੱਲ ਨੂੰ ਪ੍ਰਧਾਨ ਮੰਤਰੀ ਤੱਕ ਜ਼ਰੂਰ ਪਹੁੰਚਾਵਾਂਗਾ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਮਦਦ ਕਰਾਂਗਾ। ਜਲੰਧਰ ਤੋਂ ਸੁਸ਼ੀਲ ਹੰਸ ਦੀ ਰਿਪੋਰਟ, ਸਪੋਕਸਮੈਨ ਟੀਵੀ।